मनुष्य शरीर में दिव्य ज्ञान देख संतुष्ट भगवान। जो कुछ होना है इसे शरीर विच होना है। बिकॉज इत्थे मैं एक भागवत की बाणी कवांगा, मतलब इसी शरीर में हम भगवान को पा सकते हैं। अगर इसी शरीर में हम नहीं पा सकते तो कहाँ पाएंगे। चरम ਦਾ अर्थ हैगा जी द अल्टीमेट प्लेस, जिस तो बियॉन्ड होर कुछ भी नहीं हैगा। ਜਿਹੜੀ ਚਰਮ ਹੈਗੀ ਹੈ ਇਸ ਵਿੱਚ ਇਹ ਸਾਰੀ ਪਿਕਚਰ ਹੈਗੀ ਪੂਰੇ ਵਰਲਡ ਦੀ, ਪੂਰੇ ਕ੍ਰੀਏਸ਼ਨ ਦੀ ਪਿਕਚਰ ਹੈਗੀ ਹੈ। ਇਹ ਉੜੀਆ ਲੈਂਗੁਏਜ 'ਚ ਆਇਆ ਸੀ ਬਿਕੋਜ਼ ਗੁਰੂ ਜੀ ਉੜੀਸਾ ਨੂੰ ਬਿਲੋਂਗ ਕਰਦੇ ਨੇ। ਤੇ ਇਹ ਚਰਮ ਜਿਹੜਾ ਹੈਗਾ ਪਹਿਲੀ ਵਾਰ ਆਇਆ ਸੀ 1993 ਵਿੱਚ, 1993 ਫਰਸਟ ਚਰਮ। ਐਂਡ ਟਿਲ ਦਾ ਟਾਈਮ ਹੀ ਵਾਜ਼ ਅਲਾਈਵ ਇਹ 2015 ਤੱਕ 22 ਸਾਲਾਂ ਵਿੱਚ ਐਦਾਂ ਦੇ 50 ਪੀਰੀਓਡਿਕਲਸ ਆਏ ਨੇ। ਇਹ ਸਭ ਤੋਂ ਥੱਲੇ ਜਿਹੜਾ ਹੈਗਾ ਦਿਸ ਇਜ਼ ਕਾਲਡ ਦਾ ਸ਼ਕਟਾਕਸ਼ ਮੰਡਲ। ਸ਼ਕਟਾਕਸ਼ ਮੰਡਲ ਨੂੰ ਇਹ ਕਿਹਾ ਜਾਂਦਾ ਹੈਗਾ ਆਵਰ ਅਰਥ ਇਜ਼ ਅ ਪਾਰਟ ਆਫ ਸ਼ਕਟਾਕਸ਼ ਮੰਡਲ। ਹੁਣ ਇਹਦੇ ਪਿੱਛੇ ਅਸੀਂ ਜਾਵਾਂਗੇ ਤਾਂ ਦੈਟ ਇਜ਼ ਦਾ ਓਂਕਾਰ ਮੰਡਲ ਵਿਚ ਇਜ਼ ਦਾ ਸਟਲ ਵਰਲਡ। ਈਚ ਪੀਰੀਓਡਿਕਲ ਹੈਜ਼ ਆਰਟੀਕਲਸ ਰਿਲੇਟਡ ਟੂ ਸਪਿਰਿਚੁਅਲਿਟੀ, ਜਿਹੜੇ ਕਿ ਇੱਕ ਚਰਮ ਦੇ ਵਿੱਚ ਤਕਰੀਬਨ 10 ਤੋਂ 12-13 ਆਰਟੀਕਲ ਹੈਗੇ ਨੇ। ਸੋ ਆਪਾਂ ਕਵਾਂਗੇ 50 ਚਰਮਾਂ ਵਿੱਚ ਤਕਰੀਬਨ 600 ਤੋਂ ਉੱਪਰ ਆਰਟੀਕਲ ਆਏ। ਇਹ ਜਿਹੜੇ ਅਛੂਤਾਨੰਦ ਜੀ ਨੇ ਇਹ ਅੱਜ ਤੋਂ 500 ਸਾਲ ਪਹਿਲਾਂ ਆਏ ਸੀਗੇ। ਇਹ ਕੰਟੈਂਪਰੇਰੀ ਸੀਗੇ ਲਾਰਡ ਚੈਤਨਿਆ ਦੇ। ਉਹਨਾਂ ਨੇ ਦੇਖਿਆ ਅਵਿਅਕਤ ਜਾ ਕੇ ਜਾਂ ਅਨਮੈਨੀਫੈਸਟਡ ਜਾ ਕੇ ਨਿਰਾਕਾਰ ਨਾਲ ਇੱਕ ਹੋ ਕੇ, ਜਿਹਨੂੰ ਆਪਾਂ ਨਿਰਾਕਾਰ ਕਹਿ ਦਿੰਦੇ ਹਾਂ, ਉਹਨਾਂ ਨਾਲ ਇੱਕ ਹੋ ਕੇ ਜੋ ਦੇਖਿਆ ਉਹ ਉਹਨਾਂ ਨੇ ਆ ਕੇ ਥੱਲੇ ਬੋਲਤਾ ਤੇ ਉਹ ਭਵਿੱਖਬਾਣੀ ਦੇ ਰੂਪ 'ਚ ਸਾਡੇ ਸਾਹਮਣੇ ਆ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਫੈਕਟ ਨਿਊਜ਼। ਮੈਂ ਹਾਂ ਨੀਰੂ ਬਿਜਲਵਾਨ। ਹਰ ਕੋਈ ਦੁਖੀ ਹੈ, ਲੇਕਿਨ ਇਹ ਖੁਸ਼ੀ ਜਾਂਦੀ ਕਿੱਥੇ ਹੈ? ਖੁਸ਼ੀ ਨੂੰ ਹਾਸਿਲ ਕਿਵੇਂ ਕੀਤਾ ਜਾਂਦਾ, ਇੱਕ ਬਹੁਤ ਵੱਡਾ ਸਵਾਲ ਹੈ ਤੇ ਇਸ ਵੱਡੇ ਸਵਾਲ ਦੀ ਤਲਾਸ਼ ਜੇ ਹੈ ਹਰ ਕੋਈ ਕਰਦਾ ਹੈ। ਲੇਕਿਨ ਜੋ ਮੇਰੇ ਨਾਲ ਇੱਥੇ ਮੌਜੂਦ ਨੇ, ਸ਼ਾਇਦ ਉਹਨਾਂ ਦੀ ਜ਼ਿੰਦਗੀ ਦੇ ਵਿਚਕਾਰ ਅਜਿਹਾ ਕੁਝ ਵਾਪਰਿਆ ਕਿ ਸ਼ਾਇਦ ਉਹਨਾਂ ਨੇ ਸ਼ਾਂਤੀ ਦੀ ਤਲਾਸ਼ ਕੀਤੀ, ਖੁਸ਼ੀ ਦੀ ਤਲਾਸ਼ ਨਹੀਂ ਕੀਤੀ। ਖੁਸ਼ੀ ਤਾਂ ਹਰ ਕੋਈ ਲੱਭਦਾ, ਲੇਕਿਨ ਸ਼ਾਂਤੀ, ਮਨ ਦੀ ਸ਼ਾਂਤੀ ਬਹੁਤ ਜ਼ਰੂਰੀ ਹੈ। ਤੇ ਜਦ ਸ਼ਾਂਤੀ ਦੀ ਗੱਲ ਆਉਂਦੀ ਹੈ ਤਾਂ ਅਨਿਲ ਚਾਵਲਾ ਜੀ ਨੇ ਹੁਣੇ ਇੱਕ ਕਿਤਾਬ ਲਿਖੀ ਹੈ ਚਰਮ ਦਾ ਅਰਥ ਕੀ ਹੋਇਆ? ਚਰਮ ਦਾ ਅਰਥ ਇਹ ਹੈਗਾ ਜੀ ਦਾ ਅਲਟੀਮੇਟ ਪਲੇਸ, ਜਿਸ ਤੋਂ ਬਿਯੋਂਡ ਹੋਰ ਕੁਝ ਵੀ ਨਹੀਂ ਹੈਗਾ, ਵਿਚ ਇਜ਼ ਦਾ ਲਾਸਟ ਔਰ ਦਾ ਲਾਸਟ ਸਟੈਪ ਔਰ ਦਾ ਅਲਟੀਮੇਟ ਪਲੇਸ। ਇਸ ਕਿਤਾਬ ਦੇ ਵਿੱਚ ਫਿਰ ਚਰਮ ਦੇ ਵਿੱਚ ਹੈ ਕੀ? ਇੱਦਾਂ ਜੀ ਕਿ ਇਸ ਕਿਤਾਬ ਦੇ ਵਿੱਚ ਸਾਡੇ ਗੁਰੂ ਜੀ ਆਏ ਸੀਗੇ ਇਸ ਧਰਤੀ 'ਤੇ। ਮੈਂ ਥੋੜ੍ਹਾ ਜਿਹਾ ਵੈਸੇ ਸ਼ੇਅਰ ਕਰ ਲੈਂਦਾ। ਇਹ ਯੁੱਗ ਪਰਿਵਰਤਨ ਦਾ ਸਮੇਂ ਚੱਲ ਰਿਹਾ ਜੀ। ਉਹਨਾਂ ਦਾ ਜਨਮ ਹੋਇਆ ਸੀ 1955 'ਚ, 2015 'ਚੋਂ ਸਰੀਰ ਤਿਆਗ ਕੇ ਚਲੇ ਗਏ। ਅਤੇ ਉਹਨਾਂ ਦੇ ਮਾਧਿਅਮ ਤੋਂ ਇੱਕ ਚਰਮ ਪੀਰੀਓਡਿਕਲ ਦੇ ਨਾਮ 'ਤੇ ਆਇਆ ਸੀਗਾ, ਜਿਹੜਾ ਕਿ ਇਹ ਹੈਗਾ ਜੀ, ਦਿਸ ਇਜ਼ ਚਰਮ ਪੀਰੀਓਡਿਕਲ। ਇਹ ਉੜੀਆ ਲੈਂਗੁਏਜ 'ਚ ਆਇਆ ਸੀ ਬਿਕੋਜ਼ ਗੁਰੂ ਜੀ ਉੜੀਸਾ ਨੂੰ ਬਿਲੋਂਗ ਕਰਦੇ ਨੇ। ਅਤੇ ਇਹ ਚਰਮ ਜਿਹੜਾ ਹੈਗਾ ਪਹਿਲੀ ਵਾਰ ਆਇਆ ਸੀ 1993 ਵਿੱਚ, 1993 ਫਰਸਟ ਚਰਮ। ਐਂਡ ਟਿਲ ਦਾ ਟਾਈਮ ਹੀ ਵਾਜ਼ ਅਲਾਈਵ ਇਹ 2015 ਤੱਕ 22 ਸਾਲਾਂ ਵਿੱਚ ਐਦਾਂ ਦੇ 50 ਪੀਰੀਓਡਿਕਲਸ ਆਏ ਨੇ, 50 ਪੀਰੀਓਡਿਕਲਸ। ਈਚ ਪੀਰੀਓਡਿਕਲ ਹੈਜ਼ ਆਰਟੀਕਲਸ ਰਿਲੇਟਡ ਟੂ ਸਪਿਰਿਚੁਅਲਿਟੀ, ਜਿਹੜੇ ਕਿ ਇੱਕ ਚਰਮ ਦੇ ਵਿੱਚ ਤਕਰੀਬਨ 10 ਤੋਂ 12-13 ਆਰਟੀਕਲ ਹੈਗੇ ਨੇ। ਸੋ ਆਪਾਂ ਕਵਾਂਗੇ 50 ਚਰਮਾਂ ਵਿੱਚ ਤਕਰੀਬਨ 600 ਤੋਂ ਉੱਪਰ ਆਰਟੀਕਲ ਆਏ। ਠੀਕ ਹੈ ਜੀ। ਹੁਣ ਮੈਂ ਥੋੜ੍ਹਾ ਗੁਰੂ ਜੀ ਤੋਂ ਹਟ ਕੇ ਇੱਕ ਹੋਰ ਦੀ ਗੱਲ ਕਰਨਾ ਚਾਹਾਂਗਾ, ਸੰਤ ਅਛੂਤਾਨੰਦ ਦੀ। ਇਹ ਜਿਹੜੇ ਅਛੂਤਾਨੰਦ ਜੀ ਨੇ ਇਹ ਅੱਜ ਤੋਂ 500 ਸਾਲ ਪਹਿਲਾਂ ਆਏ ਸੀਗੇ। ਇਹ ਨਿਰਵਿਕਲਪ ਸਮਾਧੀ ਦੇ ਸਾਧੂ ਸੀਗੇ। ਇਹਨਾਂ ਬਾਰੇ ਆਪਾਂ ਵਿਕੀਪੀਡੀਆ 'ਤੇ ਸਰਚ ਕਰਾਂਗੇ, ਵੀਲ ਫਾਈਂਡ ਅਛੂਤਾਨੰਦ ਦੇਅਰ। ਇਹ 5 ਸਖਾ ਦੇ ਨਾਮ 'ਤੇ ਮਸ਼ਹੂਰ ਸੀਗੇ। ਇਹ ਕੰਟੈਂਪਰੇਰੀ ਸੀਗੇ ਲਾਰਡ ਚੈਤਨਿਆ ਦੇ। ਇਹ ਆਪਣੇ ਜਦੋਂ ਨਿਰਵਿਕਲਪ ਸਮਾਧੀ ਜਾਂਦੇ ਸੀਗੇ, ਆ ਕੇ ਜੋ ਲਿਖਦੇ ਸੀ ਇਹਨਾਂ ਦਾ ਸ਼ਿਸ਼ਯ, ਉਦੋਂ ਤਾੜ ਦੇ ਪੱਤਰ ਹੁੰਦੇ ਸੀ, ਉਹਨਾਂ ਦੇ ਉੱਪਰ ਲਿਖ ਲੈਂਦਾ ਸੀਗਾ। ਉਹਨਾਂ ਨੂੰ ਆਪਾਂ ਤਾੜ ਪੱਤਰ ਪੋਥੀਆਂ ਕਹਿੰਦੇ ਹਾਂ। ਉਹ ਜੋ ਲਿਖਦਾ ਸੀਗਾ ਬਾਅਦ 'ਚ ਉਸ ਵਿੱਚ
ਲੋਹੇ ਦੀ ਨੋਕ ਨਾਲ ਲਿਖਤਾ, ਬਾਅਦ 'ਚ ਉਹਦੇ ਵਿੱਚ ਕਾਲੀ ਸ਼ਾਹੀ ਭਰੀ ਤੇ ਇੱਕ ਵਾਰ ਦੀ ਵਾਰਤਾ ਨੂੰ ਨੱਥੀ ਕਰਤਾ, ਸੋ ਦੈਟ ਬਿਕਮਸ ਏ ਪਾਮ ਲੀਵ ਪੋਥੀ। ਉਹ ਅੱਜ ਵੀ ਮਿਊਜ਼ੀਅਮ 'ਚ ਪਈਆਂ ਨੇ, ਅੱਜ ਵੀ ਉੱਥੇ ਉੜੀਸਾ 'ਚ ਥਾਂ ਥਾਂ ਪਈਆਂ ਨੇ। ਉਹ ਭਵਿੱਖਬਾਣੀਆਂ ਕਰਦੇ ਸੀਗੇ ਜੋ ਉੱਥੇ ਉਹਨਾਂ ਨੇ ਦੇਖਿਆ ਅਵਿਅਕਤ ਜਾ ਕੇ ਜਾਂ ਅਨਮੈਨੀਫੈਸਟਡ ਜਾ ਕੇ, ਨਿਰਾਕਾਰ ਨਾਲ ਇੱਕ ਹੋ ਕੇ, ਜਿਹਨੂੰ ਆਪਾਂ ਨਿਰਾਕਾਰ ਕਹਿ ਦਿੰਦੇ ਹਾਂ, ਉਹਨਾਂ ਨਾਲ ਇੱਕ ਹੋ ਕੇ ਜੋ ਦੇਖਿਆ ਉਹ ਉਹਨਾਂ ਨੇ ਆ ਕੇ ਥੱਲੇ ਬੋਲਤਾ ਤੇ ਉਹ ਭਵਿੱਖਬਾਣੀਆਂ ਦੇ ਰੂਪ 'ਚ ਸਾਡੇ ਸਾਹਮਣੇ ਆ ਗਿਆ। ਹੁਣ ਇੰਟਰਸਟਿੰਗਲੀ ਉਹਨਾਂ ਦੇ ਬਾਰੇ ਅੱਜ ਦੀ ਡੇਟ 'ਚ ਜੇ ਆਪਾਂ ਨੈੱਟ ਤੇ ਜਾਵਾਂਗੇ, ਦੋ ਬੰਦੇ ਅਛੂਤਾਨੰਦ ਦੇ ਬਾਰੇ ਬਹੁਤ ਬੋਲ ਰਹੇ ਨੇ। ਇੱਕ ਅਭਿਗਿਆਨੰਦ ਕਰਕੇ ਹੈ, ਅਭਿਗਿਆਨੰਦ ਆਨੰਦ, ਉਹ 12 ਕੇ 14 ਸਾਲ ਦਾ ਬੱਚਾ, ਹੀ ਇਜ਼ ਐਸਟ੍ਰੋਲੋਜਰ। ਉਹਦੇ ਰੋਜ਼ ਨੈੱਟ ਤੇ ਚੱਲੇ ਹੁੰਦੇ ਨੇ ਅੱਜ ਕੱਲ੍ਹ ਪ੍ਰਿਡਿਕਸ਼ਨਸ। ਐਦਾਂ ਹੀ ਇੱਕ ਕਾਸ਼ੀਨਾਥ ਮਿਸ਼ਰਾ ਕਰਕੇ ਨੇ ਉੜੀਸਾ ਦੇ, ਉਹਨਾਂ ਦੀ ਵੀ ਅਛੂਤਾਨੰਦ ਦੀਆਂ ਬਾਣੀਆਂ 'ਚੋਂ ਪ੍ਰਿਡਿਕਸ਼ਨ ਜਿਹੜੀਆਂ ਉਹਨੇ ਦਿੱਤੀਆਂ ਹੋਈਆਂ ਉਹ ਦੇ ਰਹੇ ਨੇ। ਐਂਡ ਦੇ ਆਰ ਆਲਸੋ ਟਾਕਿੰਗ ਅਬਾਊਟ ਦ ਚੇਂਜ ਆਫ ਯੋਗਾ। ਦੇ ਆਰ ਆਲਸੋ ਟਾਕਿੰਗ ਅਬਾਊਟ ਕਿ ਦਿਸ 20 ਤੋਂ ਲੈ ਕੇ 25 ਤੱਕ ਦਾ ਪੀਰੀਅਡ ਜਿਹੜਾ ਹੈ, ਦਿਸ ਇਜ਼ ਦਾ ਕ੍ਰੂਸ਼ੀਅਲ ਪੀਰੀਅਡ ਫॉर ਅਸ। ਐਂਡ ਮੈਂ ਇਹਨਾਂ ਬਾਰੇ ਥੋੜ੍ਹਾ ਜਿਹਾ ਦੱਸਦਾ ਅਛੂਤਾਨੰਦ ਦਾ। ਹੁਣ ਅਛੂਤਾਨੰਦ ਜੀ ਗੁਰੂ ਜੀ ਦੇ ਆਉਣ ਬਾਰੇ, ਹੂ ਇਜ਼ ਅ ਯੁਗਾ ਅਵਤਾਰ, ਉਹਨਾਂ ਦੇ ਆਉਣ ਬਾਰੇ ਲਿਖ ਕੇ ਗਏ ਸੀਗੇ। ਕਿੱਥੇ ਜਨਮ ਹੋਣਗੇ, ਕਿਹੜੇ ਉਹਨਾਂ ਦੇ ਮਾਤਾ ਪਿਤਾ ਹੋਣਗੇ, ਅੱਗੇ ਪਿੱਛੇ ਸੱਜੇ ਖੱਬੇ ਕੀ ਹੋਏਗਾ, ਉਹ ਸਾਰਾ ਲਿਖ ਕੇ ਗਏ ਸੀ। ਵਿਚ ਆਲ ਫਾਈਂਡਸ ਮੈਂਸ਼ਨ ਹੇਅਰ ਇਨ ਚਰਮ। ਉਹਨਾਂ ਦੀਆਂ ਬਾਣੀਆਂ ਜਿਹੜੀਆਂ ਨੇ ਉਹ ਇਹਦੇ ਵਿੱਚ ਆਈਆਂ ਹੋਈਆਂ ਨੇ। ਅਤੇ ਉਹ ਜਿਹੜੀਆਂ ਆਈਆਂ ਹੋਈਆਂ ਬਾਣੀਆਂ, ਉਸੇ ਦੇ ਹਿਸਾਬ ਨਾਲ ਗੁਰੂ ਜੀ ਨੇ ਜਨਮ ਲਿਆ, ਉਸੇ ਦੇ ਹਿਸਾਬ ਨਾਲ ਉਹਨਾਂ ਨੇ ਆਪਣੀ ਪੂਰੀ ਜੀਵਨ ਜੀਆ। ਇਹ ਕੁਛ ਇੱਦਾਂ ਦਾ ਆਪਾਂ ਕਹਿ ਲਾਂਗੇ ਜਿੱਦਾਂ ਆਪਾਂ ਸੁਣਿਆ ਹੋਇਆ ਕਿ ਤ੍ਰੇਤਾ ਸੰਸਕ੍ਰਿਤੀ ਵਿੱਚ ਵਾਲਮੀਕੀ ਨੇ ਰਮਾਇਣ ਦੀ ਰਚਨਾ ਪਹਿਲਾਂ ਕਰਤੀ ਸੀਗੀ, ਰਾਮਚੰਦਰ ਜੀ ਬਾਅਦ 'ਚ ਆਏ ਸੀਗੇ। ਅਤੇ ਰਾਮਚੰਦਰ ਜੀ ਆ ਕੇ ਉਹ ਆਪਣਾ ਜੀਵਨ ਉੱਦਾਂ ਜੀ ਕੇ ਚਲੇ ਗਏ। ਉਹਨਾਂ ਦੇ ਲਿਖੇ ਹੋਏ ਕਿ ਉਹਨਾਂ ਦਾ ਤਾੜਕਾ ਵੱਧ ਕਰਨਗੇ, ਇਹ ਕਰਨਗੇ, ਉਹਨਾਂ ਚੀਜ਼ਾਂ ਨਾਲ ਉਹ ਫੜੇ ਗਏ ਕਿ ਇਹ ਹੀ ਭਗਵਾਨ ਹੈਗੇ ਨੇ। ਦੈਟ ਇਜ਼ ਵਾਟ ਹੈਪਨਡ ਐਟ ਦੈਟ ਟਾਈਮ। ਕੁਛ ਇੱਦਾਂ ਦਾ ਹੀ ਹੁਣ ਹੋ ਕੇ ਜਾ ਚੁੱਕਾ। ਗੁਰੂ ਜੀ ਇੱਕ ਛੋਟਾ ਜਿਹਾ ਸਵਾਲ ਹੈ, ਤੁਸੀਂ ਇੰਜੀਨੀਅਰ ਰਹੇ ਹੋ, ਵਿਵਸਾਈ ਰਹੇ ਹੋ, ਭਰਾ ਪੂਰਾ ਇੱਕ ਜੀਵਨ ਸੀਗਾ। ਮੈਂ ਬਹੁਤ ਵਾਰ ਆਪਾਂ ਸੋਸ਼ਲ ਮੀਡੀਆ ਤੇ ਆਪਾਂ ਲੋਕ ਬਹੁਤ ਦੇਖਦੇ ਨੇ ਕਿ ਲੋਕ ਆਪਣਾ ਸਭ ਕੁਝ ਤਿਆਗ ਕੇ ਧਰਮ ਦੇ ਵੱਲ ਜਾਂ ਫਿਰ ਇੱਕ ਸ਼ਾਂਤੀ ਦੀ ਖੋਜ ਦੇ ਵੱਲ ਹੋ ਜਾਂਦੇ ਨੇ। ਇਹ ਸਾਰੀ ਉਮਰ ਪੈਸਾ ਕਮਾਉਣਾ, ਉਹਦੇ ਲਈ ਇੰਨੀ ਮਿਹਨਤ ਕਰਨਾ, ਉਹਦੇ ਬਾਅਦ ਜਾ ਕੇ ਸਭ ਕੁਝ ਤਿਆਗ ਦੇਣਾ, ਕੀ ਇਹ ਜ਼ਿੰਦਗੀ ਦੇ ਵਿਚਕਾਰ ਹੁੰਦਾ ਹੈ? ਇਹ ਜੇ ਜ਼ਿੰਦਗੀ ਦੇ ਵਿਚਕਾਰ ਇਹ ਜੋ ਕੁਝ ਹੋਣਾ ਜੀ, ਮੈਂ ਇੱਕ ਸਿੱਧੀ ਜੀ ਗੱਲ ਦੱਸਾਂਗਾ, ਜੋ ਕੁਝ ਹੋਣਾ ਇਸੇ ਸਰੀਰ ਵਿੱਚ ਹੋਣਾ। ਬਿਕੋਜ਼ ਇੱਥੇ ਮੈਂ ਇੱਕ ਭਾਗਵਤ ਦੀ ਬਾਣੀ ਕਵਾਂਗਾ, ਮਨੁष्य शरीर में दिव्य ज्ञान देख संतुष्ट भगवान। मतलब इसी शरीर में हम भगवान को पा सकते हैं। अगर इसी शरीर में हम नहीं पा सकते तो कहाँ पाएंगे, क्योंकि ये शरीर के साथ ही हम उन्हें पाएंगे। शरीर के बाद ना तो किसी ने देखा है, ना ही किसी को शांति का अनुभव हुआ है। जो शरीर में पाते हैं उसको हम जीवन मुक्त अवस्था कहते हैं, या उसको हम स्थित प्रज्ञ अवस्था कहते हैं, जो अपने ग्रंथों में लिखी हुई हैं। जैसे गुरु नानक देव जी आए, ये सब क्या थे, ये स्थित प्रज्ञ थे। गुरु गोबिंद सिंह जी आए, ਆਪਾਂ ਕਹਿ ਦਿੰਦੇ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਤਾ, ਉਹਨਾਂ ਨੂੰ ਕੁਝ ਨਹੀਂ ਹੋਇਆ। ਠੀਕ ਹੈ ਜੀ। ਉਹ ਕਿੱਦਾਂ, ਉਹ ਸਥਿਤ ਪ੍ਰਗ ਸੀਗੇ, ਉਹਨਾਂ ਵਾਸਤੇ ਨਾ ਖੁਸ਼ੀ 'ਚ ਖੁਸ਼ੀ, ਨਾ ਗਮੀ 'ਚ ਗਮ। ਦੇ ਵਰ ਸੱਚ ਪੀਪਲ ਹੂ ਆਰ ਈਵਨ ਟੂਡੇ ਰਿਮੈਂਬਰਡ। ਬਾਕੀਆਂ ਨੂੰ ਕੌਣ ਯਾਦ ਕਰਦਾ, ਬਟ ਇਨ ਦਿਸ ਲਾਈਫ ਓਨਲੀ ਦੇ ਫਾਊਂਡ ਹਿਮ। ਤਾਂ ਹੀ ਉਹ ਜਿਹੜਾ ਕੁਝ ਉਹਨਾਂ ਨੇ ਐਕਸਪੀਰੀਅੰਸ ਕੀਤਾ ਉਹ ਸਾਨੂੰ ਦੇ ਕੇ ਗਏ। ਪਰ ਹੁਣ ਤਾਂ ਇਨਸਾਨ ਇਹ ਚਾਹੁੰਦਾ ਕਿ ਮੈਂ ਕਿੰਨਾ, ਇੱਕ ਕਹਿੰਦੇ ਨੇ ਇੱਕ ਵੱਡਾ ਜੀਵਨ ਜਿੰਦਾ ਹੈ, ਮੈਨੂੰ ਕਿੰਨੇ ਲੋਕ ਜੇ ਦੇਖਦੇ ਨੇ, ਮੇਰੇ ਕੋਲ ਕਿੰਨੀ ਸ਼ੋਹਰਤ ਹੈਗੀ ਹੈ, ਕਿਤਨੀ ਮੈਂ ਪੈਸੇ ਖਰਚ ਕਰ ਸਕਦਾ, ਲੋਕ ਮੇਰੇ ਆਲੇ ਦੁਆਲੇ ਕਿੰਨਾ ਘੁੰਮਦੇ ਨੇ। ਇਹ ਇਸ ਵੇਲੇ ਜੀਵਨ ਹੈਗਾ। ਜੀਵਨ ਜੇ ਤੁਸੀਂ ਗੱਲ ਤੁਸੀਂ ਕਰ ਰਹੇ ਹੋ, ਇਹ ਤਿਆਗ ਤਾਂ ਬਹੁਤ ਘੱਟ ਲੋਕ ਤਿਆਗ ਕਰਦੇ ਨੇ। ਤਿਆਗ ਬਹੁਤ ਵੱਡਾ ਸ਼ਬਦ ਹੈ ਜਿਸ ਦਾ ਆਈ ਥਿੰਕ ਨਾ ਮੈਂ ਮੀਨਿੰਗ ਕੱਢ ਸਕਦੀ ਹੈ, ਨਾ ਤੁਸੀਂ ਕੱਢ ਸਕਦੇ ਹੋ, ਨਾ ਹੀ ਭਗਵਾਨ ਕੱਢ ਸਕਦੇ ਨੇ। ਇੱਦਾਂ ਜੀ ਤਿਆਗ ਦਾ ਮੀਨਿੰਗ ਕੋਈ ਨਹੀਂ ਕੱਢ ਸਕੇਗਾ। ਬਟ ਜੇ ਆਪਾਂ ਸਿੱਧੀ ਜੀ ਗੱਲ ਮੈਂ ਕਰਾਂਗਾ, प्रभु जी की एक वाणी में कह देना, वो कहते हैं त्याग में ही जीवन पर्यवसित है। मतलब त्याग में ही जीवन बसा हुआ है। अगर हम देखेंगे जितने महापुरुषों को देखेंगे, वो देवर ऑल सेटिस्फाइड, ऑल कंटेंटेड, देवर नॉट आफ्टर मनी। गुरु नानक देव 13 करते ही निकल गए। सो देवर ऑल कंटेंटेड। बट इन टूडेज वर्ल्ड ਜੇ ਇਹ ਖੁਸ਼ੀ ਸਾਨੂੰ ਪੈਸਿਆਂ 'ਚ ਮਿਲੀ ਹੁੰਦੀ ਤਾਂ ਜਿਹੜੇ ਕੈਫੇ ਕੌਫੀ ਡੇ ਦੇ ਮਾਲਿਕ ਐ ਸਿਧਾਰਥ, ਜਿਹੜੇ ਇੰਨੇ ਉੱਪਰ ਪਹੁੰਚ ਗਏ, ਉਹ ਕਿਉਂ ਮਾਰ ਲੈਂਦੇ ਆਪਣੇ ਆਪ ਨੂੰ? ਵਾਈ ਵਿਲ ਬਿਲ ਗੇਟਸ ਨੇ ਐਡੀ ਵੱਡੀ ਫਾਊਂਡੇਸ਼ਨ ਚਲਾਤੀ ਇੰਨਾ ਪੈਸਾ ਲੈਣ ਤੋਂ ਬਾਅਦ, ਉਹ ਇੰਨਾ ਕੁਝ ਕਰੀ ਜਾ ਰਹੇ ਨੇ ਸੰਸਾਰ ਨੂੰ ਦੇਣ ਵਾਸਤੇ, ਕਿਉਂ ਕਰ ਰਹੇ ਨੇ?
That means he is finding happiness, or we go a step further, ਆਨੰਦ, bliss there. ਜੇ ਇਹਦੇ 'ਚ ਮਿਲੀ ਹੁੰਦੀ ਤਾਂ ਇੱਥੇ ਲੈ ਰਹੇ ਹੁੰਦੇ। ਪੁਲਿਸ ਦੀ ਜਦ ਗੱਲ ਆਉਂਦੀ ਆ ਆਪਾਂ ਕਹਿੰਦੇ ਨੇ ਸਾਡੇ ਭਾਰਤ ਦੇ ਵਿਚਕਾਰ ਬਹੁਤ ਸਾਰੇ ਧਰਮ ਤੇ ਬਹੁਤ ਸਾਰੇ ਗੁਰੂ ਤੇ ਬਹੁਤ ਸਾਰੇ ਉਹ ਹੈਗੇ ਆ ਜਿਨ੍ਹਾਂ ਦੇ ਪਿੱਛੇ ਲੋਕ ਭੱਜਦੇ ਨੇ ਗਿਆਨ ਪਾਉਣ ਦੇ ਲਈ, ਬਹੁਤ ਸਾਰੇ ਅਵਤਾਰ ਹੋਏ ਨੇ। ਲੇਕਿਨ ਜਦ ਆਪਾਂ ਪੂਰੇ ਵਿਸ਼ਵ ਭਰ ਦੀ ਗੱਲ ਕਰਦੇ ਨੇ ਤਾਂ ਜਦ ਆਪਾਂ ਹਿਸਟਰੀ ਚੈਨਲ ਦੀ ਗੱਲ ਕਰਦੇ ਨੇ ਤਾਂ ਬਾਰ-ਬਾਰ ਉਹ ਦਿਖਾਉਂਦੇ ਨੇ ਕਿ ਇਹ ਏਲੀਅਨ ਸੀ, ਭਗਵਾਨ ਨਹੀਂ ਸੀਗੇ। ਇਹ ਦਿਖਾਉਂਦੇ ਨੇ ਕਿ ਸ਼ਾਇਦ ਇਲੂਮੀਨਾਟੀ ਹੈ, ਅਜਿਹਾ ਇੱਕ ਵਰਲਡ ਹੈ ਜੋ ਇਸ ਵੇਲੇ ਜੇ ਰਾਜ ਕਰ ਰਿਹਾ ਹੈ ਉਹ ਇੰਜ ਨਹੀਂ ਕਰ ਰਹੇ ਨੇ। ਉਹਨਾਂ ਦੇ ਰਾਜ ਕਰਨ ਦੇ ਪਿੱਛੇ ਦੀ ਵੀ ਜੇ ਕੋਈ ਨਾ ਕੋਈ ਵਜ੍ਹਾ ਹੈਗੀ ਹੈ। ਇੱਦਾਂ ਹੁਣ ਜਿਹੜੀ ਤੁਸੀਂ ਏਲੀਅਨਸ ਦੀ ਗੱਲ ਛੇੜੀ ਨਾ, ਹੁਣ ਮੈਂ ਫਿਰ ਵਾਪਸ ਇਸੇ ਕਿਤਾਬ ਚਰਮ ਤੇ ਆ ਜਾਊਂਗਾ, ਜਿਹਦਾ ਇੰਗਲਿਸ਼ ਵਰਸ਼ਨ ਆਪਾਂ ਹੁਣ ਰਿਲੀਜ਼ ਕਰਨਾ ਹੈ, ਚਰਮ ਦਾ ਅਲਟੀਮੇਟ ਦਰਸ਼ਨ ਦਾ। ਇਹ ਜਿਹੜੀ ਚਰਮ ਹੈਗੀ ਹੈ, ਇਸ ਵਿੱਚ ਇਹ ਸਾਰੀ ਪਿਕਚਰ ਹੈਗੀ ਪੂਰੇ ਵਰਲਡ ਦੀ, ਪੂਰੇ ਕ੍ਰੀਏਸ਼ਨ ਦੀ ਪਿਕਚਰ ਹੈਗੀ ਹੈ। ਇਹ ਸਭ ਤੋਂ ਥੱਲੇ ਜਿਹੜਾ ਹੈਗਾ, ਦਿਸ ਇਜ਼ ਕਾਲਡ ਦਾ ਸ਼ਕਟਾਕਸ਼ ਮੰਡਲ। ਸ਼ਕਟਾਕਸ਼ ਮੰਡਲ ਨੂੰ ਇਹ ਕਿਹਾ ਜਾਂਦਾ ਹੈਗਾ, ਆਵਰ ਅਰਥ ਇਜ਼ ਅ ਪਾਰਟ ਆਫ ਸ਼ਕਟਾਕਸ਼ ਮੰਡਲ। ਪੂਰਾ ਬ੍ਰਹਮਾਂਡ ਜਿਹੜਾ ਸਾਨੂੰ ਦਿਖ ਰਿਹਾ ਤਾਰਿਆਂ ਤੱਕ, ਦਿਸ ਇਜ਼ ਸ਼ਕਟਾਕਸ਼ ਮੰਡਲ, ਔਰ ਯੂ ਕਾਲ ਇਟ ਦਾ ਫਿਜ਼ੀਕਲ ਗ੍ਰੋਸ ਵਰਲਡ, ਦਿਸ ਇਜ਼ ਸ਼ਕਟਾਕਸ਼ ਮੰਡਲ। ਹੁਣ ਇਹਦੇ ਪਿੱਛੇ ਅਸੀਂ ਜਾਵਾਂਗੇ ਤਾਂ ਦੈਟ ਇਜ਼ ਦਾ ਓਂਕਾਰ ਮੰਡਲ ਵਿਚ ਇਜ਼ ਦਾ ਸਟਲ ਵਰਲਡ। ਜਸਟ ਲਾਈਕ ਇਹ ਹੁਣ ਆਪਾਂ ਬਾਹਰ ਤਾਂ ਐਡਾ ਵੱਡਾ ਦਿਖੇਗਾ, ਆਪਾਂ ਨਹੀਂ ਜਾ ਸਕਦੇ। ਈਵਨ ਇਫ ਫॉर दैट ਮੈਟਰ ਨਾਸਾ ਨੇ ਜਿਹੜੀ ਆਪਣੇ ਵੋਏਜਰ ਘੱਲੇ ਹੋਏ ਨੇ, ਉਹ ਕਿੰਨੇ ਸਾਲਾਂ 'ਚ, ਅੱਜ ਕਿੰਨੇ ਬਿਲੀਅਨਸ, ਆਈ ਥਿੰਕ ਇਨ ਦਾ ਲਾਸਟ 40-50 years they are still in the interstellar space, they have still not reached the stars। ਇੰਨੇ ਸਾਲਾਂ 'ਚ ਨਹੀਂ ਪਹੁੰਚੇ, ਆਪਾਂ ਕਿੱਥੋਂ ਪਹੁੰਚ ਜਾਵਾਂਗੇ। ਬਟ ਸਟਿਲ ਆਵਰ ਰਿਸ਼ੀ ਮੁਨੀਜ਼ ਦੇ ਯੂਜ਼ ਟੂ ਇਨ ਦਿਸ ਵੈਰੀ ਬੋਡੀ, ਉਹ ਇੱਥੇ ਬੈਠੇ ਹੋਏ ਸਾਧਨਾ ਦੇ ਬਲ 'ਤੇ ਉਹ ਸਾਰੀ ਅਵਿਅਕਤ ਦੀ ਅਨਮੈਨੀਫੈਸਟ ਦੀ ਵਾਰਤਾ ਸਾਨੂੰ ਦੇ ਕੇ ਜਾਂਦੇ ਸੀਗੇ, ਵਿਚ ਆਫ ਕੋਰਸ ਅਸੀਂ ਨਹੀਂ ਗਏ ਹੋਏ ਤਾਂ ਸਾਨੂੰ ਨਹੀਂ ਪਤਾ। ਬਟ ਹਾਂ, ਉਹਨਾਂ ਦੇ ਮਾਰਗ 'ਤੇ ਜਾਂ ਉਹਨਾਂ ਦੀ ਸੇਇੰਗਸ 'ਤੇ ਚੱਲ ਕੇ ਸਾਨੂੰ ਸ਼ਾਂਤੀ ਮਿਲਦੀ ਹੈ। ਕਿਉਂ ਆਪਾਂ ਗੁਰਦੁਆਰੇ ਜਾਂਦੇ ਹਾਂ, ਕਿਉਂ ਆਪਾਂ ਮੰਦਿਰ ਮਸਜਿਦ ਜਾਂਦੇ ਹਾਂ, ਕਿਉਂ ਆਪਾਂ ਇਹਨਾਂ ਥਾਂ 'ਤੇ ਜਾ ਕੇ ਸੁੱਖ ਲੱਭਦੇ ਹਾਂ, ਆਪਾਂ ਨੂੰ ਮਿਲਦਾ ਹੈ ਤਾਂ ਜਾਂਦੇ ਹਾਂ। ਵਨ ਆਪਾਂ ਕਹਿੰਦੇ ਆਪਾਂ ਗੁਰਦੁਆਰਾ, ਮੰਦਿਰ, ਮਸਜਿਦ ਜਾਂਦੇ ਹਾਂ, ਲੋਕਾਂ ਦੀ ਸੇਵਾ ਕਰਦੇ ਹਾਂ, ਸ਼ਾਂਤੀ ਮਿਲਦੀ ਹੈ, ਲੇਕਿਨ ਘਰ ਦੇ ਵਿਚਕਾਰ ਕਿਉਂ ਨਹੀਂ ਸ਼ਾਂਤੀ ਰੱਖ ਸਕਦੇ? ਘਰ ਦੇ ਵਿਚਕਾਰ ਖੁਸ਼ੀ ਹੋਵੇ ਤਾਂ ਬੰਦਾ ਬਾਹਰ ਜਾ ਕੇ ਲੱਭੇ ਨਾ। ਇੱਦਾਂ ਹੈਗਾ ਕਿ ਇਹ ਜਿਹੜਾ ਸਾਰਾ ਹੈਗਾ, ਇਹ ਛੜ ਰਿਪੂ ਦਾ ਖੇਲ ਹੈ। ਛੜ ਰਿਪੂ ਮਤਲਬ 6 ਐਨੀਮੀਜ਼। ਹੁਣ ਆਪਣੀ ਬਾਡੀ ਦੇ ਵਿੱਚ ਆਪਾਂ ਕਹਿ ਦਿੰਦੇ ਕਿ ਇਹ ਸਾਡਾ ਸਰੀਰ ਹੈਗਾ, ਸਾਡੀ ਪ੍ਰਾਣ ਹਵਾ ਚੱਲ ਰਹੀ ਹੈ, ਪ੍ਰਾਣ ਵਾਯੂ ਚੱਲ ਰਹੀ ਹੈ। ਪ੍ਰਾਣ ਵਾਯੂ ਚੱਲ ਰਹੀ ਹੈ, ਇਹ ਕਿਉਂ ਚੱਲ ਰਹੀ ਹੈ? ਕਿਉਂਕਿ ਪਿੱਛੇ ਕੋਈ ਐਸੀ ਸ਼ਕਤੀ ਬੈਠੀ ਹੈ ਜਿਹਦੇ ਕਰਕੇ ਚੱਲ ਰਹੀ ਹੈ, ਜਿਹਨੂੰ ਆਪਾਂ ਜੋਤੀ ਦਾ ਨਾਮ ਦੇ ਦਿੰਦੇ ਹਾਂ। ਜੇ ਉਹ ਜੋਤੀ ਪਿੱਛੋਂ ਨਿਕਲ ਗਈ, ਜਿਹਨੂੰ ਆਪਾਂ ਕਹਿੰਦੇ ਜੋਤੀ ਜੋਤ ਸਮਾ ਗਏ, ਉਹ ਜੋਤੀ ਜੋਤ ਸਮਾ ਗਈ ਤਾਂ ਪ੍ਰਾਣ ਵਾਯੂ ਵੀ ਇੱਥੇ ਹਵਾ 'ਚ ਮਿਲ ਗਈ ਤੇ ਆਪਾਂ ਵੀ ਆਰ ਗੋਨ, ਠੀਕ ਹੋ ਗਿਆ। ਹੁਣ ਇਹ ਜਿਹੜੀ ਚੀਜ਼ ਹੈਗੀ ਹੈ, ਆਪਾਂ ਇਸ ਨੂੰ ਮਹਿਸੂਸ ਜਿਹੜਾ ਕਰਦੇ ਹਾਂ, ਇਹੀ ਚੀਜ਼ਾਂ ਇੱਥੇ 3 ਹਿੱਸਿਆਂ 'ਚ ਕਹੀਆਂ ਹੋਈਆਂ। ਜਿਹੜੀ ਪ੍ਰਾਣ ਵਾਯੂ ਹੈ ਉਹ ਸਟਲ ਹੈ, ਸੂਖਸ਼ਮ ਹੈ। ਜਿਹੜੀ ਜੋਤੀ ਹੈ ਉਹ ਅਵਿਅਕਤ ਹੈ, ਉਹ ਅਨਮੈਨੀਫੈਸਟ ਨਾਲ ਜੁੜੀ ਹੋਈ ਹੈ। ਜਸਟ ਲਾਈਕ ਦਾ ਸਨ ਐਂਡ ਇਟਸ ਰੇਜ਼। ਸੂਰਜ ਤਾਂ ਉੱਥੇ ਬੈਠਾ ਹੈ, ਜੇ ਸੂਰਜ ਬੰਦ ਹੋ ਜਾਊਗਾ ਤਾਂ ਆਪਾਂ ਧਰਤੀ ਰਹੂਗੀ ਨਹੀਂ ਰਹੇਗੀ। ਐਦਾਂ ਹੀ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ, ਐਡਾ ਵੱਡਾ ਲਾਈਟ ਹਾਊਸ ਹੈ, ਉਹਦੀਆਂ ਆਪਾਂ ਕਿਰਨਾਂ ਹੈਗੀਆਂ, ਉਹ ਆਪਣੀ ਆਤਮਾ ਹੈ। ਉਸ ਆਤਮਾ ਦੀ ਉન્નਤੀ ਵਾਸਤੇ ਆਪਾਂ ਇੱਥੇ ਆਉਂਦੇ ਹਾਂ, ਜਿਹੜੇ ਇੱਥੇ ਆ ਕੇ ਆਪਾਂ ਮੋਹ ਮਾਇਆ 'ਚ ਫਸ ਜਾਂਦੇ ਹਾਂ। ਮੋਹ ਮਾਇਆ ਕੀ ਹੈਗੀ ਹੈ? ਜਿਹੜਾ ਕਿ ਐਵਰੀਥਿੰਗ ਵਾਟ ਇਜ਼ ਚੇਂਜਿੰਗ ਇਜ਼ ਮਾਇਆ। ਵੀ ਆਰ ਆਲਸੋ ਚੇਂਜਿੰਗ, ਵੀ ਆਰ ਆਲਸੋ ਮਾਇਆ। ਮੋਹ, ਅਸੀਂ ਇਹਦੇ ਵਿੱਚ ਚੀਜ਼ਾਂ ਨਵੀਆਂ ਨਵੀਆਂ ਦੇਖ ਕੇ ਉਹਦੇ 'ਚ ਮੋਹਿਤ ਹੋ ਗਏ। ਵੀ ਗੈਟ ਅਟੈਚਡ, ਵੀ ਗੈਟ ਅਟਰੈਕਟਡ, ਦੈਟ ਇਜ਼ ਦਾ ਅਟਰੈਕਸ਼ਨ, ਦੈਟ ਇਜ਼ ਮੋਹ, ਠੀਕ ਹੈ। ਹੁਣ ਇਹਦੇ ਇਲਾਵਾ ਸਾਡੇ ਦੇ ਉੱਪਰ ਕੀ ਹੁੰਦੇ ਨੇ? ਛੜ ਰਿਪੂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਾਮ, ਕ੍ਰੋਧ, ਲੋਭ, ਮੋਹ, ਮਦ, ਮਾਤਸਰੇ। ਹੁਣ ਇਹ ਸਾਰਿਆਂ ਵਿੱਚ ਹੈਗੇ ਨੇ, ਇਹ ਨਹੀਂ ਕਿ ਕਿਸੇ 'ਚ ਹੈ ਨਹੀਂ। ਕਾਮ, ਕੁਛ ਵੀ ਆਪਾਂ ਕਰਦੇ ਹੈਗੇ ਹਾਂ, ਐਨੀ ਵਰਕ ਐਕਟੀਵਿਟੀ ਵਿਚ ਵੀ ਡੂ, 5 ਇੰਦਰੀਆਂ ਤੋਂ ਜੋ ਆਪਾਂ ਗ੍ਰਹਿਣ ਕਰਦੇ ਹਾਂ, ਦੈਟ ਇਜ਼ ਕਾਮ। ਹਰ ਟਾਈਮ ਕਾਮ ਚੱਲ ਰਿਹਾ। ਮੈਨੂੰ ਇਹ ਚੀਜ਼ ਚਾਹੀਦੀ ਹੈ, ਮੈਨੂੰ ਆਹ ਚੀਜ਼ ਨਹੀਂ ਮਿਲੀ ਤਾਂ ਕ੍ਰੋਧ ਆ ਗਿਆ, ਮਿਲ ਗਈ ਤਾਂ ਲੋਭ ਆ ਗਿਆ। ਸੋ ਇਹਨਾਂ ਚੀਜ਼ਾਂ ਨਾਲ ਹੀ ਆਪਾਂ ਕਦੇ ਸੈਟੀਸਫਾਈ ਹੋ ਨਹੀਂ ਸਕਦੇ। ਇਹ ਮਨ ਦਾ ਖੇਲ ਹੈਗਾ। ਹੁਣ ਮਨ ਦੇ ਪਿੱਛੇ ਬੁੱਧੀ ਤੇ ਵਿਵੇਕ ਤੇ ਅਸੀਂ ਜਾਂਦੇ ਨਹੀਂ। ਉਹ ਸਾਰਾ ਕੁਝ ਸਾਨੂੰ ਕਿੱਥੋਂ ਪਤਾ ਲੱਗੇਗਾ? ਗੁਰੂ ਗਿਆਨ ਤੋਂ। ਉਹ ਸਾਰਾ ਗੁਰੂ ਗਿਆਨ ਇਹਦੇ ਹੀ ਦਿੱਤਾ ਹੋਇਆ, ਚਰਨ ਦਾ ਅਲਟੀਮੇਟ। ਆਪਾਂ ਜਦ ਗੱਲ ਕਰਦੇ ਜ਼ਿੰਦਗੀ ਦੀ, ਤੇ ਜ਼ਿੰਦਗੀ ਦੇ ਵਿਚਕਾਰ ਇੱਕ ਹੁੰਦੀ ਹੈ ਇੱਜ਼ਤ, ਇੱਕ ਹੁੰਦਾ ਕਹਿੰਦੇ ਸਕਸੈਸਫੁਲ।
ਚਾਵਲਾ ਜੀ, ਤੁਸੀਂ ਇੰਨੀ ਕਿਤਾਬਾਂ ਲਿਖੀਆਂ ਨੇ ਧਰਮ ਦੇ ਨਾਲ ਤੇ ਸ਼ਾਂਤੀ ਨਾਲ ਜੁੜੀ, ਤੁਹਾਡੇ ਵਾਸਤੇ ਸਕਸੈਸਫੁਲ ਕੀ ਹੈ? ਇਨਸਾਨ ਕਦ ਜੇ ਹੈ ਆਪਣੇ ਇੱਕ ਚਰਮ ਤੇ ਹੈਗਾ? ਇੱਦਾਂ ਜੀ, ਅੱਜ ਦੀ ਡੇਟ ਜੇ ਆਪਾਂ ਕਵਾਂਗੇ ਤਾਂ जो अगेन गुरु जी दी वाणी, युग के अंत में सब कुछ चरम पे होता है। आज की डेट में ज्ञान भी चरम पे है, सब चीज़ें चरम पे हैं, कोई ऐसी चीज़ नहीं हमारे पास नहीं है। पहले समय में, आज से 20 साल पहले क्या हम मोबाइल पे बात करते थे? 30 साल पहले क्या हमारे पास, 40 साल पहले टीवी थे? आज की डेट में एट द टच ऑफ ए बटन वी हैव एवरीथिंग इन द हाउस। बट क्या किसी के पास वक्त है? क्या किसी के पास शांति है? क्या किसी की सेहत ठीक है? क्या कोई पीसफुल है? हर घर में कलह झगड़े हो रहे हैं, तो ये कहाँ से आएंगे? ये हो गया शरीर से संबंधित, बिकॉज हम सारा समय शरीर को लेके चले हुए हैं, हम उसके पीछे वाले आत्मा की तरफ ध्यान नहीं दे रहे। इसीलिए जो ज्ञान है वो हमारे में, हमें ड्यूल चाहिए, जो हमें पहले दिया जाता था हमारे गुरुकुलों में। शरीर का ज्ञान एक है जिसको हम अध्यात्म बोलते हैं। अध्यात्म क्या है? अधि युक्त आत्मा। अधि क्या है? ये शरीर अधि है, आत्मा इसके साथ जब जुड़ी हुई है, इसको हम अलग तो कर नहीं सकते। अगर हमें शरीर का ज्ञान है, जो हमारे आज की डेट में सारे डॉक्टर्स ने उन्हें चीर फाड़ करके सारा शरीर एक एक पुर्जा खोल के दिखा दिया, बट क्या उससे हमारे शरीर की रक्षा हो जाती है? क्या हम सारा कुछ होते हुए आज हेल्दी हैं? अगर मैं ये टर्म यूज़ कर दूं तो माफ़ी चाहूँगा कहते हुए, बट वी आर ए सिक सोसाइटी। सॉरी, मतलब मैं ਮੈਨੂੰ ਲੱਗਦਾ ਕਿ ਇਹਨਾਂ ਨੇ ਇਤਨੀ ਸੋਹਣੀਆਂ ਗੱਲਾਂ ਕੀਤੀਆਂ ਨੇ, ਤਾਂ ਮੈਂ ਜਦ ਸ਼ੁਰੂਆਤ ਕੀਤੀ ਸੀ ਮੈਂ ਕਿਹਾ ਸੀ ਹਰ ਕੋਈ ਦੁਖੀ ਹੈ ਤੇ ਖੁਸ਼ੀ ਕਿਸ ਵੱਲ ਜਾ ਰਹੀ ਹੈ ਤੇ ਬੰਦਾ ਕਿਉਂ ਖੁਸ਼ ਨਹੀਂ ਹੈ, ਇਸ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਸਨ। ਲੇਕਿਨ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਤੁਸੀਂ ਖੁਸ਼ ਕਿਉਂ ਨਹੀਂ ਹੋ, ਇਸ ਤੇ ਕੁਐਸਚਨ ਆਪਣੇ ਆਪ ਤੋਂ ਕਰੋ। ਘਰ ਦੇ ਵਿੱਚ ਕਲਹ ਕਲੇਸ਼ ਕਿਉਂ ਹੈ? ਅੰਦਰ ਸ਼ਾਂਤੀ ਕਿਉਂ ਨਹੀਂ ਹੈ? ਆਈ ਥਿੰਕ ਬਾਹਰ ਜਾ ਕੇ ਲੱਭਣ ਦੀ ਜ਼ਰੂਰਤ ਨਹੀਂ ਹੈਗੀ। ਇਨਸਾਨ ਦੇ ਸਰੀਰ ਦੇ ਅੰਦਰ, ਮਨ ਦੇ ਅੰਦਰ, ਦਿਮਾਗ ਦੇ ਅੰਦਰ ਹਰ ਇੱਕ ਚੀਜ਼ ਦਾ ਆਨਸਰ ਹੈ, ਲੇਕਿਨ ਅਸੀਂ ਉਸ ਨੂੰ ਮੰਨਣਾ ਨਹੀਂ ਪਸੰਦ ਕਰਦੇ। ਅਸੀਂ ਪਸੰਦ ਨਹੀਂ ਕਰਦੇ ਕਿ ਸਾਡੇ ਖਿਲਾਫ ਕੋਈ ਜਾਵੇ, ਅਸੀਂ ਪਸੰਦ ਨਹੀਂ ਕਰਦੇ ਕਿ ਸਾਡੇ ਸਾਹਮਣੇ ਕੋਈ ਆਵਾਜ਼ ਚੱਕੇ, ਅਸੀਂ ਪਸੰਦ ਨਹੀਂ ਕਰਦੇ ਕਿ ਕੋਈ ਸਾਡੇ ਤੋਂ ਵੱਖਰਾ ਚਲੇ। ਲੇਕਿਨ ਸਭ ਤੋਂ ਵੱਡੀ ਗੱਲ ਕੀ ਹੈ ਕਿ ਕੀ ਅਸੀਂ ਕਿਸੇ ਦੇ ਨਾਲ ਸੁਰ ਮਿਲਾਣਾ ਜਾਣਦੇ ਨੇ? ਸੁਰ ਮਿਲਾਣਾ ਯਾਨੀ ਕਿ ਜ਼ਿੰਦਗੀ ਜੀਣਾ। ਜ਼ਿੰਦਗੀ ਜੀਣ ਦੇ ਲਈ ਹੈ ਸਭ ਤੋਂ ਵੱਡੀ ਚੀਜ਼ ਜੋ ਹੈ ਅੰਤਰ ਸ਼ਾਂਤੀ ਦੀ ਹੈ। ਜੋ ਮਨ ਦੇ ਵਿੱਚ ਸ਼ਾਂਤੀ ਹੈ, ਜੋ ਮਸਤਿਸ਼ਕ ਦੇ ਵਿੱਚ ਸ਼ਾਂਤੀ ਹੈ, ਤੇ ਇਹ ਸ਼ਾਂਤੀ ਜੋ ਹੈ ਬਹੁਤ ਹੀ ਜ਼ਰੂਰੀ ਹੈ। ਕੈਮਰਾਮੈਨ ਦਵਿੰਦਰ ਦੇ ਨਾਲ ਨੀਰੂ ਬਿਜਲਵਾਨ, ਫੈਕਟ ਨਿਊਜ਼।